ਜਿਹੜੇ ਵਿਦਿਆਰਥੀਆਂ ਦੇ ਵੀਜ਼ੇ ਲੱਗੇ ਹੋਏ ਆ ਇਸ ਵੇਲੇ ਇੰਡੀਆ ਦੇ ਵਿੱਚ ਆਨਲਾਈਨ ਕਲਾਸਿਸ ਲਾ ਰਹੇ ਆ, ਉਹਨਾਂ ਦਾ ਕੈਨੇਡਾ ਦੀ ਧਰਤੀ ਦੇ ਉੱਤੇ ਆਉਣ ਦਾ ਸਟੇਟਸ ਕੀ ਹੈ? ਜਿਹੜੇ ਤੁਹਾਡੀਆਂ ਪਾਲਿਸੀ ਕੀ ਨੇ ਕੈਨੇਡਾ ਸਰਕਾਰ ਦੀਆਂ ਵੀ ਇੰਟਰਨੈਸ਼ਨਲ ਫਲਾਈਟਸ ਦੀ ਬਾਬਤ? ਫਲਾਈਟ ਜਿਹੜੀਆਂ ਨੇ ਕੈਨੇਡਾ ਲਈ ਉਹ ਬੰਦ ਨੇ। ਸੋ ਉਹ ਵਿਦਿਆਰਥੀ ਕਿਸ ਤਰੀਕੇ ਨਾਲ ਆਉਣ? ਉਹਨਾਂ ਵਿਦਿਆਰਥੀਆਂ ਦਾ ਜਿਹੜਾ ਕੈਨੇਡਾ ਆਉਣ ਦਾ ਤਰੀਕਾ ਆ ਉਹ ਹੈਗਾ 3-ਵੇ ਟਰੈਵਲ ਦੇ ਨਾਲ। ਸੋ ਦੈਟ ਮੀਨਸ ਕਿ ਤੁਸੀਂ ਪਹਿਲਾਂ ਹਿੰਦੁਸਤਾਨ ਤੋਂ ਕਿਸੇ ਹੋਰ ਮੁਲਕ 'ਚ ਜਾਓ, ਉਸ ਮੁਲਕ ਤੋਂ ਦੁਬਾਰਾ ਤੋਂ ਕੈਨੇਡਾ ਨੂੰ ਐਂਟਰ ਕਰੋ। ਜਿਸ ਮੁਲਕ ਦੇ ਵਿੱਚ ਤੁਸੀਂ ਵਿਚਕਾਰ ਰੁਕ ਰਹੇ ਹੋ ਉੱਥੇ ਤੁਹਾਡੇ ਟੈਸਟ ਵਗੈਰਾ, ਕੋਵਿਡ ਟੈਸਟ ਵਗੈਰਾ ਕੀਤੇ ਜਾਣਗੇ। ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਈ ਤਾਂ ਤੁਸੀਂ ਅੱਗੇ ਟਰੈਵਲ ਕਰ ਸਕਦੇ ਹੋ। ਅਗਰ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈਗੀ ਹੈ ਤੁਹਾਨੂੰ ਕੁਆਰੰਟੀਨ ਕਰਨਾ ਪਏਗਾ। ਕੁਆਰੰਟੀਨ ਕਰਨ ਤੋਂ ਬਾਅਦ ਜਦੋਂ ਤੁਹਾਡੇ ਸਿੰਪਟਮਸ ਦੂਰ ਹੋ ਜਾਂਦੇ ਨੇ ਉਸ ਤੋਂ ਬਾਅਦ ਤੋਂ ਤੁਸੀਂ ਕੈਨੇਡਾ 'ਚ ਐਂਟਰ ਕਰ ਸਕਦੇ। ਇਹ ਕੁਝ ਲੋਕਾਂ ਦਾ ਇਹ ਵਿਚਾਰ ਹੈ ਵੀ ਇਹ ਏਜੰਟ ਦੇ ਕਾਰਨ ਕਰਕੇ ਆ, ਵੀ ਏਜੰਟ ਅਜਿਹੀ ਸਲਾਹ ਦਿੰਦੇ ਆ ਵੀ ਤੁਸੀਂ ਬਾਇਆ 3-ਵੇ ਇਸ ਤਰ੍ਹਾਂ ਚੱਲ ਜਾਓ, ਮੈਕਸੀਕੋ ਰੁਕ ਜਾਓ, ਜਾ ਕੇ ਮਾਲਦੀਵ ਚੱਲ ਜਾਓ, ਕਿਸੇ ਹੋਰ ਕੰਟਰੀ। ਕਿ ਤੁਸੀਂ ਵੀ ਦੂਜੇ ਏਜੰਟਾਂ ਦੀ ਤਰ੍ਹਾਂ ਇਹੀ ਸਲਾਹ ਦੇ ਰਹੇ ਹੋ ਵੀ ਤੁਸੀਂ 4-4 ਲੱਖ ਰੁਪਇਆ ਲਗਾ ਕੇ ਖੱਜਲ ਖੁਆਰ ਹੁੰਦੇ ਹੋਏ ਕੈਨੇਡਾ ਇਸ ਤਰ੍ਹਾਂ ਆ ਸਕਦੇ? ਹੁਣ ਬੁਰਾ ਨਾ ਮੰਨਣ ਜਿਹੜੇ ਮੇਰੇ ਸਰੋਤੇ ਸਾਡੀ ਆਵਾਜ਼ ਸੁਣਦੇ ਪਏ ਹੋ ਰਿਹਾ, ਉਹਨਾਂ ਸਾਰਿਆਂ ਵਾਸਤੇ ਨਹੀਂ ਆ, ਪਰ ਜਿਨ੍ਹਾਂ ਨੇ ਇਹ ਕੰਮ ਕੀਤਾ ਇਹ ਉਹਨਾਂ ਦੇ ਨਤੀਜੇ ਹੁਣ ਅਸੀਂ ਸਾਰੇ ਭੁਗਤ ਰਹੇ ਹਾਂ। ਕਿ ਝੂਠੀਆਂ ਕੋਵਿਡ ਟੈਸਟ ਦੀਆਂ ਲੈਟਰਾਂ ਲੈ ਕੇ, ਝੂਠੇ ਟੈਸਟ ਸ਼ੋਅ ਕਰਕੇ ਅਸੀਂ ਕੈਨੇਡਾ 'ਚ ਐਂਟਰ ਕੀਤਾ। ਕਈਆਂ ਨੇ ਟੈਸਟ ਕਰਾਏ ਨਹੀਂ, ਸਿਰਫ ਕਾਗਜ਼ ਦੀ ਐਡੀਟਿੰਗ ਹੀ ਮਾਸ਼ਾਅੱਲਾ ਇੰਨੀ ਵਧੀਆ ਕੀਤੀ ਕਿ ਉਹ ਲੱਗਦੇ ਹੀ ਅਸਲੀ ਸੀਗੇ। ਸਿਸਟਮ ਦੇ ਨਾਲ ਖਿਲਵਾੜ ਕਰਨ ਕਰਕੇ ਉਹਨਾਂ ਦਾ ਟਰਸਟ ਗਵਾਇਆ। ਅਸੀਂ ਟਰਸਟ ਗਵਾਉਣ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਵਿਚਕਾਰ ਟੈਸਟ ਕਰਾਓ। ਤੁਸੀਂ ਆਪਣੇ ਦੇਸ਼ ਵਾਲਾ ਜਿਹੜਾ ਟੈਸਟ ਕਰਾ ਰਹੇ ਹੋ ਬਹੁਤ ਵਧੀਆ, ਪਰ ਵਿਚਕਾਰ ਟੈਸਟ ਕਰਵਾਓ। ਅਗਰ ਤੁਹਾਡਾ ਸਾਰਾ ਕੁਝ ਸਹੀ ਹੋਇਆ ਤਾਂ ਅਸੀਂ ਤੁਹਾਨੂੰ ਕੈਨੇਡਾ ਐਂਟਰ ਕਰਨ ਦੇਵਾਂਗੇ। ਦੈਟਸ ਵਨ ਥਿੰਗ। ਤੇ ਤੁਹਾਨੂੰ ਲੱਗਦਾ ਵੀ ਕੁਝ ਲੋਕ ਜਿਹੜੇ ਤੁਹਾਡੇ ਭਾਈਚਾਰੇ ਏਜੰਟ ਨੇ, ਕੰਸਲਟੈਂਟਸ ਨੇ, ਉਹ ਲੋਕਾਂ ਨੂੰ, ਵਿਦਿਆਰਥੀਆਂ ਨੂੰ ਗੁੰਮਰਾਹ ਵੀ ਕਰਦੇ ਆ? ਇੱਕ ਕੁਐਸਚਨ, ਜਿਹੜਾ ਤੁਸੀਂ 3-ਵੇ ਦਾ ਤਰੀਕਾ ਦੱਸਿਆ ਵੀ ਇਹ ਵੀ ਸਾਡੇ ਲੋਕਾਂ ਦਾ ਹੀ ਨਤੀਜਾ ਵੀ ਉਹਨਾਂ ਵੱਲੋਂ ਝੂਠੀਆਂ ਰਿਪੋਰਟਾਂ ਦਰਜ ਕਰਵਾਈਆਂ, ਦਿਖਾਈਆਂ ਗਿਆ। ਤੁਹਾਨੂੰ ਨਹੀਂ ਲੱਗਦਾ ਫਿਰ ਇਹ ਸਾਰਾ ਸਿਸਟਮ ਇੰਡੀਆ ਦੇ ਰਾਜਨੀਤਿਕ ਲੀਡਰਾਂ ਦੇ ਜਾਂ ਫਿਰ ਇੰਡੀਆ ਸਰਕਾਰ ਦੇ ਮੂੰਹ ਦੇ ਉੱਤੇ ਚਪੇੜ ਹੈ ਵੀ ਆਹ ਦੇਖੋ ਤੁਹਾਡਾ ਕਿਰਦਾਰ ਇਹ ਹੈ ਵੀ ਤੁਹਾਡੇ ਲੋਕ ਤੁਹਾਡੇ ਮੁਲਕ ਵੱਲੋਂ ਝੂਠੀਆਂ ਰਿਪੋਰਟਾਂ ਦਾਖਲ ਕਰਕੇ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ? ਪਰ ਕੀ ਕੈਨੇਡੀਅਨ ਗਵਰਨਮੈਂਟ ਨੂੰ ਇਹ ਪਤਾ ਹੈ ਵੀ ਇਹ ਸਾਰਾ ਕੁਝ, ਇਹਦਾ ਦੋਸ਼, ਇਹਨਾਂ ਦਾ ਜਿਹੜਾ ਖਮਿਆਜ਼ਾ ਹੈਗਾ ਉਹ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ? ਉਹ ਮੈਕਸੀਕੋ ਵਿਖੇ ਰੁਲਦੇ ਪਏ ਆ, ਮਾਲਦੀਵ ਵਿੱਚ ਰੁਲਦੇ ਪਏ ਆ। ਉਹਨਾਂ ਮੈਂ ਇਸ ਗੱਲ ਨਾਲ ਸਹਿਮਤ ਹਾਂ, ਪਰ ਲਵਪ੍ਰੀਤ ਬਿਆਨਤਾ ਵਾਲੇ ਕੇਸ ਤੋਂ ਬਾਅਦ ਚੋਂ ਅਗਰ ਸਪਾਊਜ਼ਲ ਓਪਨ ਵਰਕ ਪਰਮਿਟਸ ਦੇ ਉੱਤੇ ਡੰਡਾ ਜ਼ਿਆਦਾ ਤੇਜ਼ ਹੋਵੇ ਤਾਂ ਤੁਸੀਂ ਓਨਲੀ ਕੈਨੇਡਾ ਦੀ ਸਰਕਾਰ ਨੂੰ ਕਸੂਰਵਾਰ ਆਖੋਗੇ ਜਾਂ ਸਾਡਾ ਐਕਸਪਲੋਇਟੇਸ਼ਨ ਜਿਹੜਾ ਅਸੀਂ ਸਿਸਟਮ ਨੂੰ ਐਕਸਪਲੋਇਟ ਕਰਦੇ? ਅੱਛਾ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਬੇਅੰਤ ਕੌਰ ਜਿਹੜਾ ਕੇਸ, ਲਵਪ੍ਰੀਤ ਕੇਸ ਹੋਇਆ, ਉਸ ਤੋਂ ਬਾਅਦ ਵੀ ਕੈਨੇਡੀਅਨ ਸਰਕਾਰ ਦਾ ਰਵੱਈਆ ਸਖਤ ਹੋਣਾ ਚਾਹੀਦਾ। ਅਗਰ ਨਹੀਂ ਹੋਇਆ ਤਾਂ ਕੈਨੇਡਾ ਸਰਕਾਰ ਫਿਰ ਸੁੱਤੀ ਪਈ ਹੈ ਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਸਰਕਾਰ ਇੰਨੀ ਮੂਰਖ ਹੋ ਸਕਦੀ ਹੈ। ਕੈਨੇਡਾ ਦੀ ਸਰਕਾਰ ਚੀਕਾਂ ਮਾਰ ਕੇ ਹਿੰਦੁਸਤਾਨ ਦੀਆਂ ਵੱਡੀਆਂ ਅਖਬਾਰਾਂ 'ਚ ਫੁੱਲ ਅਖਬਾਰਾਂ ਦੇ ਇਸ਼ਤਿਹਾਰ ਦੇ ਕੇ ਇੰਨੀ ਵਾਰੀ ਕਹਿ ਚੁੱਕੀ ਆ ਕਿ ਗੋਸਟ ਕੰਸਲਟੈਂਟਸ ਨਾਲ ਨਹੀਂ ਕੰਮ ਕਰਨਾ, ਕੈਨੇਡੀਅਨ ਲਾਇਸੈਂਸ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਕੰਮ ਕਰਨਾ। ਮੈਨੂੰ ਦੱਸੋ ਭਾਜੀ ਕਿ ਮੈਂ ਕਿੰਨੇ ਕੁ ਲੋਕਾਂ ਦੇ ਉੱਤੇ ਇਸ ਗੱਲ ਦਾ ਅਸਰ ਹੋਇਆ? ਬਹੁਤ ਸੌਖਾ ਆ ਕਿਸੇ ਵੀ ਸਰਕਾਰ ਦੇ ਉੱਤੇ ਬਲੇਮ ਲਗਾਉਣਾ, ਕਿਸੇ ਵੀ ਪੋਲੀਟੀਸ਼ੀਅਨਸ ਦੇ ਉੱਤੇ ਬਲੇਮ ਲਗਾਉਣਾ। ਕਸੂਰਵਾਰ ਹੈਗੇ ਨੇ, ਉਹ ਹੋਣਗੇ, ਹੋ ਵੀ ਸਕਦੇ ਨੇ, ਪਰ ਪਹਿਲਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈਗੀ ਹੈ ਕਿ ਕੀ ਅਸੀਂ ਸਾਰਾ ਕੁਝ ਸਹੀ ਕਰਦੇ ਪਏ ਹੈਗੇ ਆ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਇਹ ਇੰਟਰਵਿਊ ਖਾਸ ਕਰਕੇ ਉਹਨਾਂ ਵਾਸਤੇ ਹੈ ਜੋ ਇੰਡੀਆ ਦੇ ਵਿੱਚ ਬਹਿ ਕੇ ਆਨਲਾਈਨ ਕਲਾਸਿਸ ਚਲਾ ਰਹੇ ਵਿਦਿਆਰਥੀ, ਵੀਜ਼ਾ ਲੱਗਿਆ ਹੋਇਆ ਜਾਂ ਫਿਰ ਹੋਰ ਵੀ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਹੈ ਕੈਨੇਡਾ ਦਾ, ਪਰ ਉਹ ਆ ਨਹੀਂ ਰਹੇ। ਉਹਨਾਂ ਦੇ ਹੋਰ ਬਹੁਤ ਸਵਾਲ ਹੋ ਸਕਦੇ ਆ ਵੀ ਅਸੀਂ ਕੈਨੇਡਾ ਦੀ ਧਰਤੀ ਤੇ ਜਲਦੀ ਕਿਵੇਂ ਆ ਸਕਦੇ ਆ। ਸੋ ਪਲੀਜ਼ ਇਹ ਇੰਟਰਵਿਊ ਨੂੰ ਪੂਰਾ ਦੇਖਣਾ ਤੇ ਆਪਣੇ ਜਿਹੜੇ ਕਮੈਂਟਸ ਬਾਕਸ ਦੇ ਰਾਹੀਂ ਵੀ ਤੁਸੀਂ ਕੁਐਸਚਨ ਸੰਦੀਪ ਸਿੰਘ ਦੇ ਨਾਲ ਕਰ ਸਕਦੇ ਹੋ। ਹਾਂਜੀ ਭਾਈ ਸੰਦੀਪ ਸਿੰਘ ਜੀ, ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਰੋਤਿਆਂ ਦੇ ਰੂਬਰੂ ਕਰ ਰਹੇ ਹੈਗੇ। ਸੰਦੀਪ ਸਿੰਘ ਜੀ, ਸਭ ਤੋਂ ਪਹਿਲਾ ਸਵਾਲ ਵੀ ਜਿਹੜੇ ਵਿਦਿਆਰਥੀਆਂ ਦੇ ਵੀਜ਼ੇ ਲੱਗੇ ਹੋਏ ਆ ਇਸ ਵੇਲੇ ਇੰਡੀਆ ਦੇ ਵਿੱਚ ਆਨਲਾਈਨ ਕਲਾਸਿਸ ਲਾ ਰਹੇ ਆ, ਉਹਨਾਂ ਦਾ ਕੈਨੇਡਾ ਦੀ ਧਰਤੀ ਦੇ ਉੱਤੇ ਆਉਣ ਦਾ ਸਟੇਟਸ ਕੀ ਹੈ? ਜਿਹੜੇ ਤੁਹਾਡੀਆਂ ਪਾਲਿਸੀ ਕੀ ਨੇ ਕੈਨੇਡਾ ਸਰਕਾਰ ਦੀਆਂ ਵੀ ਇੰਟਰਨੈਸ਼ਨਲ ਫਲਾਈਟਸ ਦੀ ਬਾਬਤ? ਬਹੁਤ ਵਧੀਆ ਸਵਾਲ ਹੈ ਤੁਹਾਡਾ, ਤੇ ਕਾਫੀ ਜ਼ਿਆਦਾ ਕਨਫਿਊਜ਼ਨ ਵੀ ਆ ਇਸ ਸਵਾਲ ਦੇ ਉੱਤੇ, ਪਰ ਮੈਂ ਕੁਝ ਹੱਦ ਤੱਕ ਇਸ ਕਨਫਿਊਜ਼ਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੂੰਗਾ ਜੀ। ਪਲੀਜ਼। ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਨੂੰ ਵੀਜ਼ਾਸ ਲੱਗ ਚੁੱਕੇ ਨੇ, ਪਹਿਲੀ ਕੰਡੀਸ਼ਨ ਹੈ ਡਿਪੈਂਡ ਕਰਨਾ ਹੈ ਕਿ ਕਿਸ ਕਾਲਜ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਈ ਹੋਈ ਹੈ ਜੀ। ਉਹ ਜਿਹੜਾ ਕਾਲਜ ਹੈਗਾ ਆ ਉਹ ਕੋਵਿਡ ਰੈਡੀਨੈਸ ਪਲਾਨ ਦੇ ਅਧੀਨ ਆ ਰਿਹਾ ਕਿ ਨਹੀਂ ਆ ਰਿਹਾ। ਸੋ ਕੋਵਿਡ ਰੈਡੀਨੈਸ ਪਲਾਨ ਕੀ ਚੀਜ਼ ਹੈ ਕਿ ਮੰਨ ਲਓ ਇੱਕ ਇੰਸਟੀਟਿਊਸ਼ਨ ਆ, ਉਸ ਇੰਸਟੀਟਿਊਸ਼ਨ ਨੂੰ ਪ੍ਰੋਵਿੰਸ਼ੀਅਲ ਸਰਕਾਰ ਅਤੇ ਫੈਡਰਲ ਸਰਕਾਰ ਨੇ ਇਹ ਗੱਲ ਗ੍ਰੀਨ ਲਾਈਟ ਦੇਤੀ ਆ ਕਿ ਇਸ ਕਾਲਜ ਦੇ ਜਿਹੜੇ ਵਿਦਿਆਰਥੀ ਨੇ ਉਹ ਆ ਕੇ ਆਪਣੀਆਂ ਪ੍ਰੀਕਾਸ਼ਨਸ ਆਪਣਾ ਕੋਵਿਡ ਲਈ ਉਹ ਜਿਹੜਾ ਕਾਲਜ ਉਹ ਕੋਵਿਡ ਵਾਸਤੇ ਪ੍ਰੀਪੇਅਰਡ ਆ ਕਿ ਕੋਵਿਡ ਦੇ ਅਨੁਸਾਰ ਉਹਨੇ ਆਪਣੇ ਆਪ ਨੂੰ ਢਾਲ ਲਿਆ ਆ। ਸੋ ਅਗਰ ਤਾਂ ਤੁਹਾਡਾ ਕਾਲਜ ਉਸ ਲਿਸਟ ਦੇ ਵਿੱਚ ਫਾਲ ਕਰਦਾ ਆ ਤਾਂ ਤੁਸੀਂ ਕੈਨੇਡਾ 'ਚ ਐਂਟਰ ਕਰ ਸਕਦੇ ਹੈਗੇ ਹੋ। ਨਾਓ ਦ ਸੈਕੰਡ ਕੁਐਸਚਨ ਇਜ਼ ਕਿ ਇੰਡੀਆ ਅਤੇ ਕੁਝ ਦੇਸ਼ਾਂ ਤੋਂ, ਇੰਡੀਆ ਅਤੇ ਪਾਕਿਸਤਾਨ ਅਤੇ ਕਈ ਦੇਸ਼ਾਂ ਤੋਂ ਡਾਇਰੈਕਟ ਫਲਾਈਟ ਜਿਹੜੀਆਂ ਨੇ ਕੈਨੇਡਾ ਲਈ ਉਹ ਬੰਦ ਨੇ। ਸੋ ਉਹ ਵਿਦਿਆਰਥੀ ਕਿਸ ਤਰੀਕੇ ਨਾਲ ਆਉਣ? ਉਹਨਾਂ ਵਿਦਿਆਰਥੀਆਂ ਦਾ ਜਿਹੜਾ ਕੈਨੇਡਾ ਆਉਣ ਦਾ ਤਰੀਕਾ ਆ ਉਹ ਹੈਗਾ 3-ਵੇ ਟਰੈਵਲ ਦੇ ਨਾਲ। ਸੋ ਦੈਟ ਮੀਨਸ ਕਿ ਤੁਸੀਂ ਪਹਿਲਾਂ ਹਿੰਦੁਸਤਾਨ ਤੋਂ ਕਿਸੇ ਹੋਰ ਮੁਲਕ 'ਚ ਜਾਓ, ਉਸ ਮੁਲਕ ਤੋਂ ਦੁਬਾਰਾ ਤੋਂ ਕੈਨੇਡਾ ਨੂੰ ਐਂਟਰ ਕਰੋ। ਜਿਸ ਮੁਲਕ ਦੇ ਵਿੱਚ ਤੁਸੀਂ ਵਿਚਕਾਰ ਰੁਕ ਰਹੇ ਹੋ ਉੱਥੇ ਤੁਹਾਡੇ ਟੈਸਟ ਵਗੈਰਾ, ਕੋਵਿਡ ਟੈਸਟ ਵਗੈਰਾ ਕੀਤੇ ਜਾਣਗੇ। ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਈ ਤਾਂ ਤੁਸੀਂ ਅੱਗੇ ਟਰੈਵਲ ਕਰ ਸਕਦੇ ਹੋ। ਅਗਰ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈਗੀ ਹੈ ਤੁਹਾਨੂੰ ਕੁਆਰੰਟੀਨ ਕਰਨਾ ਪਏਗਾ। ਕੁਆਰੰਟੀਨ ਕਰਨ ਤੋਂ ਬਾਅਦ ਤੋਂ ਜਦੋਂ ਤੁਹਾਡੇ ਸਿੰਪਟਮਸ ਦੂਰ ਹੋ ਜਾਂਦੇ ਨੇ ਉਸ ਤੋਂ ਬਾਅਦ ਤੋਂ ਤੁਸੀਂ ਕੈਨੇਡਾ 'ਚ ਐਂਟਰ ਕਰ ਸਕੋ। ਇੱਕ ਸਵਾਲ ਇਹ ਹੈ ਵੀ 4-4 ਲੱਖ ਦੀਆਂ ਟਿਕਟਾਂ ਲਗਾ ਕੇ ਵਿਦਿਆਰਥੀ ਮੈਕਸੀਕੋ, ਮਾਲਦੀਵ ਉੱਥੇ ਖੱਜਲ ਖੁਆਰ ਹੋ ਰਹੇ ਆ। ਇਹ ਕੁਝ ਲੋਕਾਂ ਦਾ ਇਹ ਵਿਚਾਰ ਹੈ ਵੀ ਇਹ ਏਜੰਟ ਦੇ ਕਾਰਨ ਕਰਕੇ ਆ, ਵੀ ਏਜੰਟ ਅਜਿਹੀ ਸਲਾਹ ਦਿੰਦੇ ਆ ਵੀ ਤੁਸੀਂ ਬਾਇਆ 3-ਵੇ ਇਸ ਤਰ੍ਹਾਂ ਚੱਲ ਜਾਓ, ਮੈਕਸੀਕੋ ਰੁਕ ਜਾਓ, ਜਾ ਕੇ ਮਾਲਦੀਵ ਚੱਲ ਜਾਓ, ਕਿਸੇ ਹੋਰ ਕੰਟਰੀ। ਕੀ ਤੁਸੀਂ ਵੀ ਦੂਜੇ ਏਜੰਟਾਂ ਦੀ ਤਰ੍ਹਾਂ ਇਹੀ ਸਲਾਹ ਦੇ ਰਹੇ ਹੋ ਵੀ ਤੁਸੀਂ 4-4 ਲੱਖ ਰੁਪਇਆ ਲਗਾ ਕੇ ਖੱਜਲ ਖੁਆਰ ਹੁੰਦੇ ਹੋਏ ਕੈਨੇਡਾ ਇਸ ਤਰ੍ਹਾਂ ਆ ਸਕਦੇ ਹੋ? ਹਰੇਕ ਚੀਜ਼ ਦੇ ਕੁਝ ਕਾਰਨ ਹੁੰਦੇ ਆ ਜੀ। ਪਲੀਜ਼। ਹਰਪਾਲ ਭਾਜੀ, ਤੁਹਾਨੂੰ ਯਾਦ ਹੋਊਗਾ ਕਿ ਕੋਵਿਡ ਸਮੇਂ ਦੌਰਾਨ ਕੈਨੇਡਾ ਦੀ ਸਰਕਾਰ ਨੇ ਪਰਮਿਸ਼ਨ ਦਿੱਤੀ ਕਿ ਜਿਹੜੇ ਬੰਦਿਆਂ ਦਾ ਕੋਵਿਡ ਟੈਸਟ ਠੀਕ ਹੈਗਾ ਆ ਉਹ ਕੈਨੇਡਾ ਦੇ ਵਿੱਚ ਟਰੈਵਲ ਕਰ ਸਕੂਗਾ। ਥੋੜੇ ਸਮੇਂ ਲਈ ਸਟੂਡੈਂਟਸ ਨੂੰ ਅਲਾਉ ਕੀਤਾ ਗਿਆ ਸੀਗਾ ਜੀ। ਜੀ। ਹੁਣ ਬੁਰਾ ਨਾ ਮੰਨਣ ਜਿਹੜੇ ਮੇਰੇ ਸਰੋਤੇ ਸਾਡੀ ਆਵਾਜ਼ ਸੁਣਦੇ ਪਏ ਹੋ ਰਿਹਾ, ਉਹਨਾਂ ਸਾਰਿਆਂ ਵਾਸਤੇ ਨਹੀਂ ਆ, ਪਰ ਜਿਨ੍ਹਾਂ ਨੇ ਇਹ ਕੰਮ ਕੀਤਾ ਇਹ ਉਹਨਾਂ ਦੇ ਨਤੀਜੇ ਹੁਣ ਅਸੀਂ ਸਾਰੇ ਭੁਗਤ ਰਹੇ ਹਾਂ ਕਿ ਝੂਠੀਆਂ ਕੋਵਿਡ ਟੈਸਟ ਦੀਆਂ ਲੈਟਰਾਂ ਲੈ ਕੇ, ਝੂਠੇ ਟੈਸਟ ਸ਼ੋਅ ਕਰਕੇ ਅਸੀਂ ਕੈਨੇਡਾ 'ਚ ਐਂਟਰ ਕੀਤਾ। ਬਾਅਦ ਚੋਂ ਪਤਾ ਵੀ ਚੱਲ ਗਿਆ ਕੈਨੇਡਾ ਦੀ ਸਰਕਾਰ ਨੂੰ ਕਿ ਅੱਜ ਜਿੰਨੇ ਟੈਸਟ ਹੋਏ ਹਿੰਦੁਸਤਾਨ ਦੇ ਅੰਦਰ, ਜਾਂ ਕਈਆਂ ਨੇ ਟੈਸਟ ਕਰਾਏ ਨਹੀਂ, ਸਿਰਫ ਕਾਗਜ਼ ਦੀ ਐਡੀਟਿੰਗ ਹੀ ਮਾਸ਼ਾਅੱਲਾ ਇੰਨੀ ਵਧੀਆ ਕੀਤੀ ਕਿ ਉਹ ਲੱਗਦੇ ਹੀ ਅਸਲੀ ਸੀਗੇ। ਤੇ ਉਹ ਜਦੋਂ ਮੈਂ ਹਰ ਵਾਰੀ ਇੰਟਰਵਿਊਜ਼ 'ਚ ਇਹ ਗੱਲ ਕਰਦਾ ਹੁੰਦਾ ਆ ਕਿ ਜਦੋਂ ਅਸੀਂ ਸਿਸਟਮ ਨਾਲ ਖਿਲਵਾੜ ਕਰਾਂਗੇ ਤੇ ਸਿਸਟਮ ਫਿਰ ਆਪਣੇ ਹਿਸਾਬ ਨਾਲ ਆਪਣੇ ਲੋਕਾਂ ਨੂੰ ਪ੍ਰੋਟੈਕਟ ਕਰਨ ਦਾ ਰਸਤਾ ਲੱਭੂਗਾ। ਤੁਸੀਂ ਆਪ ਸੋਚੋ ਕਿ 3-ਵੇ ਟਰੈਵਲਿੰਗ ਕਿਉਂ ਅਲਾਉ ਕਰ ਰਹੇ ਨੇ ਤੇ ਡਾਇਰੈਕਟ ਟਰੈਵਲਿੰਗ ਕਿਉਂ ਨਹੀਂ ਅਲਾਉ ਕਰ ਰਹੇ? ਉਹਦਾ ਸਿੰਪਲ ਆਨਸਰ ਆਇਆ ਕਿ ਅਸੀਂ ਸਿਸਟਮ ਨਾਲ ਖਿਲਵਾੜ ਕੀਤਾ ਸੀ। ਸਿਸਟਮ ਦੇ ਨਾਲ ਖਿਲਵਾੜ ਕਰਨ ਕਰਕੇ ਉਹਨਾਂ ਦਾ ਟਰਸਟ ਗਵਾਇਆ ਅਸੀਂ। ਟਰਸਟ ਗਵਾਉਣ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਵਿਚਕਾਰ ਟੈਸਟ ਕਰਾਓ। ਤੁਸੀਂ ਆਪਣੇ ਦੇਸ਼ ਵਾਲਾ ਜਿਹੜਾ ਟੈਸਟ ਕਰਾ ਰਹੇ ਹੋ ਬਹੁਤ ਵਧੀਆ, ਪਰ ਵਿਚਕਾਰ ਟੈਸਟ ਕਰਵਾਓ। ਅਗਰ ਤੁਹਾਡਾ ਸਾਰਾ ਕੁਝ ਸਹੀ ਹੋਇਆ ਤਾਂ ਅਸੀਂ ਤੁਹਾਨੂੰ ਕੈਨੇਡਾ ਐਂਟਰ ਕਰਨ ਦੇਵਾਂਗੇ। ਦੈਟਸ ਵਨ ਥਿੰਗ। ਕੈਨੇਡਾ ਐਂਟਰ ਕਰਨਾ ਕੋਈ ਕੰਪਲਸ਼ਨ ਨਹੀਂ ਹੈਗੀ। ਅੱਜ ਇਹ ਕੁਐਸਚਨ ਹੈ ਵੀ ਜਿਹੜੇ ਲੋਕ ਆਨਲਾਈਨ ਕਲਾਸਿਸ ਲਾ ਰਹੇ ਉਹਨਾਂ ਦਾ ਭਵਿੱਖ ਕੀ ਹੈ? ਕੀ ਉਹ ਬਾਕੀ ਕਲਾਸਿਸ ਪੂਰੀਆਂ ਹੋਣ ਤੋਂ ਬਾਅਦ ਕੈਨੇਡਾ ਆ ਵੀ ਸਕਦੇ ਆ, ਜਾਂ ਫਿਰ ਉਹਨੂੰ ਕਹਿ ਦਿੱਤਾ ਜਾਓ ਲਓ ਜੀ ਤੁਹਾਡੀ ਡਿਗਰੀ ਪੂਰੀ ਹੈ, ਹੁਣ ਤੁਸੀਂ ਇੰਡੀਆ ਰਹਿ ਸਕਦੇ ਹੋ? ਦੇਖੋ, ਕੈਨੇਡਾ ਦੀ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਇਹ ਗੱਲ ਕਹੀ ਕਿ
ਅਗਰ ਤੁਸੀਂ 2 ਸਾਲ ਦੀ ਪੜ੍ਹਾਈ SDS ਇੰਸਟੀਟਿਊਸ਼ਨਸ ਦੇ ਅਧੀਨ ਕਰਦੇ ਪਏ ਹੋ ਤਾਂ ਤੁਹਾਨੂੰ 3 ਸਾਲ ਦਾ ਪੂਰਾ ਵਰਕ ਪਰਮਿਟ ਦਿੱਤਾ ਜਾਵੇਗਾ, ਭਾਵੇਂ ਕਿ ਤੁਹਾਡੀ ਜਿਹੜੀ ਐਜੂਕੇਸ਼ਨ ਜਿਹੜੀ ਆ ਉਹ ਤੁਹਾਡੇ ਆਪਣੇ ਵਤਨ 'ਚ ਬੈਠ ਕੇ ਕੀਤੀ ਗਈ ਹੋਵੇ। ਸੋ ਇਹ ਔਨ ਰੈਕਰਡ ਇਨ ਪਾਰਲੀਮੈਂਟ। ਸੋ ਇਹ ਕੋਈ ਇੱਦਾਂ ਨਹੀਂ ਹੈ ਕਿ ਇੱਕ ਮਿਨਿਸਟਰ ਨੇ ਬਿਆਨ ਦੇਤਾ ਆ, ਇਹ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ ਗਈ ਹੈ। ਸੋ ਇਸ ਚੀਜ਼ ਨੂੰ, ਇਸ 'ਚ ਵੀ 2 ਚੀਜ਼ਾਂ ਨੇ ਹਰਪਾਲ ਭਾਜੀ। ਇੱਕ ਐਸਪੈਕਟ ਹੈਗਾ ਹੈ ਕਿ ਆਪਾਂ ਇੰਨੀ ਵੇਟ ਕਰਨ ਨੂੰ ਰੈਡੀ ਹਾਂ। ਮੈਂ ਤੁਹਾਨੂੰ ਉਦਾਹਰਨ ਦਿੰਦਾ ਆ, ਇੱਕ ਵਿਦਿਆਰਥੀ ਦੀ, ਮੇਰੀ ਅਜੇ ਕੱਲ ਦੀ ਗੱਲ ਆ, ਉਹਨਾਂ ਨੇ ਕਿਸੇ ਮੌਂਟਰੀਅਲ ਦੇ ਕਾਲਜ 'ਚ ਐਡਮਿਸ਼ਨ ਲਈ ਹੋਈ ਆ ਤੇ ਉਹਨਾਂ ਦਾ ਰਿਜ਼ਲਟ ਨਹੀਂ ਆ ਰਿਹਾ ਹੈਗਾ। ਸੋ ਵਿਦਿਆਰਥੀ ਨੂੰ ਮੈਂ ਕਿਹਾ, ਮਿੱਤਰਾ ਸਤੰਬਰ ਦਾ ਸੈਸ਼ਨ ਆ ਚੁੱਕਾ, ਮੇਰੀ ਸੁਜੈਸ਼ਨ ਤੈਨੂੰ ਇਹ ਆ ਕਿ ਤੂੰ ਆਪਣਾ ਕੋਰਸ ਡੈਫਰ ਕਰਾ ਲਾ। ਉਹ ਅੱਗੇ ਉਹਦੀ ਜਵਾਕ ਮੈਨੂੰ ਕਹਿ ਰਹੇ ਨੇ ਕਿ ਭਾਜੀ ਅਗਰ ਅਸੀਂ ਆਨਲਾਈਨ ਕਲਾਸਿਸ ਲੈ ਲਈਏ, ਵੀਜ਼ਾ ਅਗਰ ਨਹੀਂ ਆਊਗਾ ਤੇ ਬਾਅਦ ਚੋਂ ਮੇਰੀ ਫੀਸ ਵਾਪਸ ਹੋ ਜਾਊਗੀ। ਮੈਂ ਤੈਨੂੰ ਇਹ ਗੱਲ ਕਿੰਨੇ ਕਹੀ ਆ ਕਿ ਅਗਰ ਮਿੱਤਰਾ ਕਿ ਤੇਰਾ ਵੀਜ਼ਾ ਨਹੀਂ ਆਇਆ ਤੇ ਤੇਰੀ ਫੀਸ ਵਾਪਸ, ਜਿੰਨੀਆਂ ਤੂੰ ਕਲਾਸਾਂ ਲਾ ਲੀਆਂ ਉਨੀ ਤੇਰੀ ਫੀਸ ਮਾਈਨਸ ਹੋ ਜਾਣੀ ਹੈਗੀ ਆ। ਪਰ ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਮਾਰਕੀਟ ਦੇ ਵਿੱਚ ਇੰਨੀ ਕੁ ਜ਼ਿਆਦਾ ਮਿਸਕਨਸੈਪਸ਼ਨ ਆ ਹਰੇਕ ਚੀਜ਼ ਨੂੰ ਲੈ ਕੇ ਕਿ ਲੋਕਾਂ ਨੂੰ ਕਾਹਲੀ ਵੀ ਬਹੁਤ ਆ। 4 ਲੱਖ ਲਾ ਕੇ ਆਉਣ ਦਾ ਕੋਈ ਬੈਨੀਫਿਟ ਮੈਨੂੰ ਕੋਈ ਖਾਸ ਨਜ਼ਰ ਨਹੀਂ ਆਉਂਦਾ, ਕਿਉਂਕਿ ਪੜ੍ਹਾਈ ਤਾਂ ਫਿਰ ਵੀ ਅਜੇ ਆਨਲਾਈਨ ਹੀ ਆ। ਸੋ ਇੱਥੇ ਆ ਕੇ ਕੈਨੇਡਾ ਜਾ ਕੇ ਤੁਸੀਂ ਡਾਲਰਾਂ 'ਚ ਪੈਸੇ ਖਰਚ ਰਹੇ ਹੋ, ਉੱਥੇ ਤੁਸੀਂ ਆਪਣੇ ਘਰੇ ਬੈਠੇ ਹੋ। ਪਰ ਜਿਹੜੇ ਵਿਦਿਆਰਥੀ ਆਉਣਾ ਹੀ ਚਾਹੁੰਦੇ ਨੇ ਉਹਨਾਂ ਲਈ ਇੱਕੋ ਇੱਕ ਵੇ ਆਊਟ ਹੈ ਕਿ ਉਹਨਾਂ ਨੂੰ 3 ਵੇ ਟਰੈਵਲ ਕਰਨਾ ਪਏਗਾ। ਤੇ ਤੁਹਾਨੂੰ ਲੱਗਦਾ ਵੀ ਕੁਝ ਲੋਕ ਜਿਹੜੇ ਤੁਹਾਡੇ ਭਾਈਚਾਰੇ ਏਜੰਟ ਨੇ, ਕੰਸਲਟੈਂਟਸ ਨੇ, ਉਹ ਲੋਕਾਂ ਨੂੰ, ਵਿਦਿਆਰਥੀਆਂ ਨੂੰ ਗੁੰਮਰਾਹ ਵੀ ਕਰਦੇ ਆ? ਹੋ ਸਕਦਾ ਮਾਰਕੀਟ ਦੇ ਵਿੱਚ ਹਰੇਕ ਤਰ੍ਹਾਂ ਦਾ ਬੰਦਾ ਹੈ। ਮੈਨੂੰ ਇੰਨਾ ਪਤਾ ਹੈ ਕਿ ਬੀਇੰਗ ਅ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਮੇਰੀ ਐਡਵਾਈਸ ਹਮੇਸ਼ਾ ਉਹ ਹੋਊਗੀ ਜੋ ਕੈਨੇਡੀਅਨ ਲਾਅ ਦੇ ਅਧੀਨ ਆਉਂਦੀ ਹੋਵੇ। ਸੋ ਕੈਨੇਡੀਅਨ ਲਾਅ ਤੁਹਾਨੂੰ ਰੋਕ ਨਹੀਂ ਰਿਹਾ ਕਿ ਤੁਸੀਂ ਕੈਨੇਡਾ ਨਾ ਆਵੋ, ਤੁਹਾਨੂੰ ਕਹਿ ਰਿਹਾ ਤੁਸੀਂ ਆਓ, ਪਰ ਅਗਰ 3 ਵੇ ਦੇ ਥਰੂ ਆਉਣਾ ਤੇ ਆਓ। ਤੁਹਾਨੂੰ ਦੂਸਰੇ ਪਾਸੇ ਕੈਨੇਡੀਅਨ ਲਾਅ ਹੀ ਇਹ ਪਰਮਿਟ ਕਰਦਾ ਪਿਆ ਕਿ ਡਿਊਰਿੰਗ ਪੈਂਡੇਮਿਕ ਕਰਕੇ ਤੁਸੀਂ ਆਪਣੀ 2 ਸਾਲ ਦੀ ਪੜ੍ਹਾਈ ਆਪਣੇ ਵਤਨ 'ਚ ਬੈਠ ਕੇ ਪੂਰੀ ਕਰ ਸਕਦੇ ਹੋ। ਪੂਰੀ ਕਰਨ ਤੋਂ ਬਾਅਦ ਤੁਹਾਨੂੰ 3 ਸਾਲ ਦਾ ਪੂਰਾ ਓਪਨ ਵਰਕ ਪਰਮਿਟ ਮਿਲੇਗਾ। ਇੱਕ ਕੁਐਸਚਨ, ਜਿਹੜਾ ਤੁਸੀਂ 3 ਵੇ ਦਾ ਤਰੀਕਾ ਦੱਸਿਆ ਵੀ ਇਹ ਵੀ ਸਾਡੇ ਲੋਕਾਂ ਦਾ ਹੀ ਨਤੀਜਾ ਵੀ ਉਹਨਾਂ ਵੱਲੋਂ ਝੂਠੀਆਂ ਰਿਪੋਰਟਾਂ ਦਰਜ ਕਰਵਾਈਆਂ, ਦਿਖਾਈਆਂ ਗਿਆ। ਤੁਹਾਨੂੰ ਨਹੀਂ ਲੱਗਦਾ ਫਿਰ ਇਹ ਸਾਰਾ ਸਿਸਟਮ ਇੰਡੀਆ ਦੇ ਰਾਜਨੀਤਿਕ ਲੀਡਰਾਂ ਦੇ ਜਾਂ ਫਿਰ ਇੰਡੀਆ ਸਰਕਾਰ ਦੇ ਮੂੰਹ ਦੇ ਉੱਤੇ ਚਪੇੜ ਹੈ ਵੀ ਆਹ ਦੇਖੋ ਤੁਹਾਡਾ ਕਿਰਦਾਰ ਇਹ ਹੈ ਵੀ ਤੁਹਾਡੇ ਲੋਕ ਤੁਹਾਡੇ ਮੁਲਕ ਵੱਲੋਂ ਝੂਠੀਆਂ ਰਿਪੋਰਟਾਂ ਦਾਖਲ ਕਰਕੇ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ? ਮੇਰਾ ਤੁਹਾਡਾ ਨਜ਼ਰੀਆ ਸਹੀ ਹੋ ਸਕਦਾ ਹੈ। ਮੇਰਾ ਨਜ਼ਰੀਆ ਇਸ ਚੀਜ਼ ਤੇ ਹੈ ਕਿ ਆਪਾਂ ਇੱਕ ਕੰਮ ਕਰੀਏ, ਲਿਸਟ ਚੈੱਕ ਕਰੀਏ ਕਿ ਕਿਹੜੇ ਦੇਸ਼ਾਂ ਤੋਂ ਡਾਇਰੈਕਟ ਫਲਾਈਟਾਂ ਬੰਦ ਕੀਤੀਆਂ ਹੋਈਆਂ। ਪਲੀਜ਼ ਇਹ ਜ਼ਰੂਰ ਦੱਸੋ। ਸਾਨੂੰ ਆਪਣੇ ਆਪ ਹੀ ਇਹਨਾਂ ਚੀਜ਼ਾਂ ਦਾ ਜਵਾਬ ਮਿਲ ਜੂਗਾ। 2 ਮੇਜਰ ਦੇਸ਼, 2 ਮੈਕਸਿਮਮ ਜਿਹੜੇ ਦੇਸ਼ ਨੇ ਉਹ ਇੰਡੀਆ ਤੇ ਪਾਕਿਸਤਾਨ ਨੇ, ਜਿੱਥੋਂ ਦੀ ਸਭ ਤੋਂ ਵੱਡਾ ਕਰਾਊਡ ਆ। ਅੱਛਾ, ਬਾਕੀ ਕਿਸੇ ਮੁਲਕ ਚੋਂ ਆ ਸਕਦੇ ਆ ਜੀ? ਮੈਂ ਕਿਹਾ ਜੀ ਜਿਹੜੇ ਮੇਜਰ ਦੇਸ਼ ਨੇ ਜਿੱਥੇ ਦੀ ਮੇਜਰ ਪੋਪੂਲੇਸ਼ਨ ਆਉਣਾ ਹੁੰਦਾ, ਉਹਨਾਂ ਵਿੱਚੋਂ ਦੀ ਇੰਡੀਆ ਤੇ ਪਾਕਿਸਤਾਨ ਮੇਜਰ ਕੰਟਰੀਜ਼ ਦੇ ਵਿੱਚੋਂ ਨੇ। ਹੋਰ ਵੀ ਕਈ ਕੰਟਰੀਜ਼ ਨੇ, ਪਰ ਮੇਜਰ ਕੰਟਰੀਜ਼ ਜਿੱਥੇ ਦੀ ਮੇਜਰ ਪੋਪੂਲੇਸ਼ਨ ਆਉਣੀ ਆ, ਉਸ ਪੋਪੂਲੇਟਿਡ ਕੰਟਰੀਜ਼ ਦੇ ਵਿੱਚੋਂ ਦੀ ਸਿਰਫ ਅਗਰ ਆਪਾਂ 2 ਮੇਜਰ ਦੇਸ਼ਾਂ ਦਾ ਨਾਂ ਲੈਣਾ ਹੋਵੇ ਤਾਂ ਇੰਡੀਆ ਤੇ ਪਾਕਿਸਤਾਨ ਨੇ। ਪਰ ਕੀ ਕੈਨੇਡੀਅਨ ਗਵਰਨਮੈਂਟ ਨੂੰ ਇਹ ਪਤਾ ਹੈ ਵੀ ਇਹ ਸਾਰਾ ਕੁਝ, ਇਹਦਾ ਦੋਸ਼, ਇਹਨਾਂ ਦਾ ਜਿਹੜਾ ਖਮਿਆਜ਼ਾ ਹੈਗਾ ਉਹ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ? ਉਹ ਮੈਕਸੀਕੋ ਵਿਖੇ ਰੁਲਦੇ ਪਏ ਆ, ਮਾਲਦੀਵ ਵਿੱਚ ਰੁਲਦੇ ਪਏ ਆ। ਉਹਨਾਂ ਦੇ ਮੈਂ ਇਸ ਗੱਲ ਨਾਲ ਸਹਿਮਤ ਹਾਂ, ਪਰ ਲਵਪ੍ਰੀਤ ਬਿਆਨਤਾਲੇ ਕੇਸ ਤੋਂ ਬਾਅਦ ਚੋਂ ਅਗਰ ਸਪਾਊਸਲ ਓਪਨ ਵਰਕ ਪਰਮਿਟਸ ਦੇ ਉੱਤੇ ਡੰਡਾ ਜ਼ਿਆਦਾ ਤੇਜ਼ ਹੋਵੇ ਤਾਂ ਤੁਸੀਂ ਓਨਲੀ ਕੈਨੇਡਾ ਦੀ ਸਰਕਾਰ ਨੂੰ ਕਸੂਰਵਾਰ ਆਖੋਗੇ ਜਾਂ ਸਾਡਾ ਐਕਸਪਲੋਇਟੇਸ਼ਨ, ਜਿਹੜੇ ਅਸੀਂ ਸਿਸਟਮ ਨੂੰ ਐਕਸਪਲੋਇਟ ਕਰਦੇ ਹਾਂ? ਅੱਛਾ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਬੇਅੰਤ ਕੌਰ ਜਿਹੜਾ ਕੇਸ, ਲਵਪ੍ਰੀਤ ਕੇਸ ਹੈ, ਉਸ ਤੋਂ ਬਾਅਦ ਵੀ ਕੈਨੇਡੀਅਨ ਸਰਕਾਰ ਦਾ ਰਵੱਈਆ ਸਖਤ ਹੋਣਾ ਚਾਹੀਦਾ। ਅਗਰ ਨਹੀਂ ਹੋਇਆ ਤਾਂ ਕੈਨੇਡਾ ਸਰਕਾਰ ਫਿਰ ਸੁੱਤੀ ਪਈ ਹੈ। ਤੇ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਸਰਕਾਰ ਇੰਨੀ ਮੂਰਖ ਹੋ ਸਕਦੀ ਆ। ਜਦੋਂ ਖੁੱਲੇ ਆਮ ਹੀ ਸ਼ਰੇਆਮ ਮੀਡੀਆ ਦੇ ਉੱਤੇ ਆ ਕੇ ਇੰਨੀਆਂ ਗੱਲਾਂ ਖੁੱਲ ਚੁੱਕੀਆਂ ਨੇ, ਜਦੋਂ ਕੈਨੇਡਾ ਹਿੰਦੁਸਤਾਨ ਦੇ ਪੋਲੀਟੀਕਲ ਫਿਗਰਸ ਇੱਕ ਘਰ 'ਚ ਜਾ ਕੇ, ਜਿੱਥੇ ਲੋਕੀ ਆਪਣੀਆਂ ਇੰਟਰਵਿਊਜ਼ ਦੇ ਕੇ ਕਹਿ ਰਹੇ ਆ ਕਿ ਅਸੀਂ ਪੈਸਾ ਦਿੱਤਾ ਸੀ, ਵਿਆਹ ਕਰਾਇਆ ਸੀ, ਸਾਡਾ ਉੱਥੇ ਜਾ ਕੇ ਬੰਦਾ ਸਾਨੂੰ ਭੁੱਲ ਗਿਆ ਜਾਂ ਜੋ ਵੀ ਹੋਇਆ, ਉਹ ਸਾਰੀਆਂ ਜਿਹੜੀਆਂ ਇੰਟਰਵਿਊਜ਼ ਨੇ, ਤੁਹਾਨੂੰ ਕੀ ਲੱਗਦਾ ਕਿ ਕੈਨੇਡਾ ਦੀ ਸਰਕਾਰ ਜਿਹੜੀ ਆ ਉਹ ਇੰਨੀ ਕੁ ਮੂਰਖ ਆ ਕਿ ਉਹਨੂੰ ਕੁਝ ਪਤਾ ਨਹੀਂ ਚੱਲ ਰਿਹਾ ਹੈਗਾ ਕਿ ਕੀ ਹੋ ਰਿਹਾ ਆ?
ਦ ਪੁਆਇੰਟ ਇਜ਼ ਜਿਹੜੀ ਚੀਜ਼ ਸਿੱਖਣ ਵਾਲੀ ਆ ਉਹ ਹੈਗੀ ਆ ਕਿ ਤੁਸੀਂ ਸਿਸਟਮ ਨੂੰ ਐਕਸਪਲੋਇਟ ਕਰੋਗੇ ਤਾਂ ਸਿਸਟਮ ਤੁਹਾਡੇ ਵਿਰੁੱਧ ਖੜਾ ਹੋਏਗਾ। ਤੁਸੀਂ ਸਿਸਟਮ ਨੂੰ, ਕੈਨੇਡਾ ਦਾ ਸਿਸਟਮ ਬਹੁਤ ਵਧੀਆ ਸਿਸਟਮ ਆ, ਕੈਨੇਡਾ ਇਮੀਗ੍ਰੈਂਟਸ ਨੂੰ ਵੈਲਕਮ ਕਰਦਾ ਆ, ਪਰ ਇੱਕ ਤਰੀਕੇ ਦੇ ਨਾਲ। ਉਸ ਦੇ ਐਕਸਪਲੋਇਟੇਸ਼ਨ ਕੈਨੇਡਾ ਦੀ ਸਰਕਾਰ, ਕੈਨੇਡਾ ਦੇ ਲੋਕ, ਇਸ ਹੋਰ ਦੁਨੀਆ ਭਰ ਦੇ ਲੋਕ ਉਸ ਸਿਸਟਮ ਦਾ ਐਕਸਪਲੋਇਟੇਸ਼ਨ ਪਸੰਦ ਨਹੀਂ ਕਰਦੇ। ਪਰ ਅਸੀਂ ਆਪਣੀਆਂ ਛੋਟੀਆਂ ਲਾਲਸਾਵਾਂ ਕਰਕੇ, ਛੋਟੀਆਂ ਗਲਤੀਆਂ ਕਰਕੇ, ਗਲਤੀ ਇੱਕ ਬੰਦਾ ਕਰਦਾ ਹੈ, ਭੁਗਤਦੇ 10 ਬੰਦੇ। ਸੋ ਮੈਂ ਹਰ ਵਾਰੀ, ਆਪਣੀ ਕਿੰਨੀ ਵਾਰੀ ਗੱਲ ਹੋਈ, ਮੈਂ ਹਰ ਵਾਰੀ ਇਹ ਗੱਲ ਕਹਿੰਦਾ ਕਿ ਪਲੀਜ਼ ਕੈਨੇਡਾ ਦੀ ਸਰਕਾਰ ਚੀਕਾਂ ਮਾਰ ਕੇ ਹਿੰਦੁਸਤਾਨ ਦੀਆਂ ਵੱਡੀਆਂ ਅਖਬਾਰਾਂ 'ਚ ਫੁੱਲ ਅਖਬਾਰਾਂ ਦੇ ਇਸ਼ਤਿਹਾਰ ਦੇ ਕੇ ਇੰਨੀ ਵਾਰੀ ਕਹਿ ਚੁੱਕੀ ਆ ਕਿ ਗੋਸਟ ਕੰਸਲਟੈਂਟਸ ਨਾਲ ਨਹੀਂ ਕੰਮ ਕਰਨਾ, ਕੈਨੇਡੀਅਨ ਲਾਇਸੈਂਸ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਕੰਮ ਕਰਨਾ। ਮੈਨੂੰ ਦੱਸੋ ਭਾਜੀ ਮੈਂ ਕਿੰਨੇ ਕੁ ਲੋਕਾਂ ਦੇ ਉੱਤੇ ਇਸ ਗੱਲ ਦਾ ਅਸਰ ਹੋਇਆ। ਸੋ ਦ ਪੁਆਇੰਟ ਇਜ਼ ਕਿ ਆਪਾਂ ਇਟਸ ਈਜ਼ੀ, ਮੈਂ ਵੀ ਕੋਈ ਪੋਲੀਟੀਕਲ ਬੰਦਾ ਨਹੀਂ, ਬਹੁਤ ਸੌਖਾ ਆ ਕਿਸੇ ਵੀ ਸਰਕਾਰ ਦੇ ਉੱਤੇ ਬਲੇਮ ਲਗਾਉਣਾ, ਕਿਸੇ ਵੀ ਪੋਲੀਟੀਸ਼ੀਅਨ ਦੇ ਉੱਤੇ ਬਲੇਮ ਲਗਾਉਣਾ। ਕਸੂਰਵਾਰ ਹੈਗੇ ਨੇ, ਉਹ ਹੋਣਗੇ, ਹੋ ਵੀ ਸਕਦੇ ਨੇ, ਪਰ ਪਹਿਲਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈਗੀ ਹੈ ਕਿ ਅਸੀਂ ਸਾਰਾ ਕੁਝ ਸਹੀ ਕਰਦੇ ਪਏ ਹੈਗੇ ਆ। ਜਦੋਂ ਅਸੀਂ ਅਗਰ ਸਟੈਪਸ ਗਲਤ ਚੱਕੇ ਹੋਏ ਆ ਤਾਂ ਉਹਦਾ ਨਤੀਜਾ ਵੀ ਸਾਨੂੰ, ਸਾਡੇ ਭਰਾਵਾਂ ਨੂੰ, ਸਾਡੀ ਕਮਿਊਨਿਟੀ ਨੂੰ ਫੇਸ ਕਰਨਾ ਪਵੇਗਾ। ਅਗਰ ਅਸੀਂ ਕੋਵਿਡ ਟੈਸਟ ਦੇ ਵਿੱਚ ਘਪਲੇ ਕੀਤੇ ਤੇ ਉਹ ਘਪਲਿਆਂ ਉਜਾਗਰ ਹੋ ਗਏ, ਉਜਾਗਰ ਵੀ ਕਿਵੇਂ ਹੋਏ? ਇਹ ਟੋਰਾਂਟੋ ਏਅਰਪੋਰਟ ਦੀਆਂ ਕਹਾਣੀਆਂ ਨੇ। ਕਈ ਮੀਡੀਆ ਚੈਨਲਸ ਨੇ ਉਹਨਾਂ ਨੂੰ ਆਪਣੀਆਂ ਅਖਬਾਰਾਂ ਤੇ ਟੀਵੀ ਚੈਨਲਸ ਦੀਆਂ ਹੈਡਲਾਈਨਸ ਬਣਾਈਆਂ। ਉਹ ਵੀਡੀਓਜ਼ ਚੈੱਕ ਕਰ ਲਓ, ਉੱਥੋਂ ਦੀ ਉਹ ਆਪ ਹੀ, ਇੱਕ ਬੰਦਾ ਚੋਰੀ ਕਰ ਵੀ ਰਿਹਾ ਤੇ ਉਸ ਤੋਂ ਬਾਅਦ ਜਦੋਂ ਉਸ ਚੋਰੀ ਕਰਕੇ ਬਾਹਰ ਨਿਕਲ ਆਉਂਦਾ, ਉੱਚੀ ਬੋਲ ਕੇ ਵੀ ਦੱਸ ਰਿਹਾ ਕਿ ਹਾਂ ਮੈਂ ਚੋਰੀ ਕੀਤੀ ਆ। ਸੋ ਸਰਕਾਰਾਂ ਇੰਨੀਆਂ ਮੂਰਖ ਨਹੀਂ ਹੁੰਦੀਆਂ ਹੈਗੀਆਂ। ਸਰਕਾਰਾਂ, ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਦੇ ਹਿਸਾਬ ਨਾਲ ਕੰਮ ਕਰੋਗੇ ਤਾਂ ਤੁਹਾਨੂੰ ਕੋਈ ਪ੍ਰੋਬਲਮਸ ਨਹੀਂ ਆਉਣਗੀਆਂ। ਸਿਸਟਮ ਨੂੰ ਐਕਸਪਲੋਇਟ ਕਰੋਗੇ ਤਾਂ ਤੁਸੀਂ ਹੋ ਸਕਦਾ ਕਿ ਨਿਕਲ ਜਾਓ, ਪਰ ਤੁਹਾਡੇ ਤੋਂ ਪਿੱਛੇ ਆਉਣ ਵਾਲੇ ਜਿਹੜੇ ਲੋਕ ਨੇ ਉਹ ਫਸਣਗੇ। ਤੇ ਇੱਕ ਸਵਾਲ ਇਹ ਆਮ ਕਰਕੇ ਆਉਂਦਾ ਵੀ ਜਦ ਸਰਕਾਰ ਵੱਲੋਂ ਪਾਬੰਦੀ ਲਾਈ ਹੋਈ ਹੈ ਵੀ ਕੋਈ ਵੀ ਵਿਜ਼ਟਰ ਵੀਜ਼ਾ ਹਜੇ ਅਸੀਂ ਐਂਟਰ ਨਹੀਂ ਕਰਨਾ ਜਿਹਦੇ ਕੋਲ ਵਿਜ਼ਟਰ ਵੀਜ਼ਾ, ਪਰ ਕਹਿੰਦੇ ਆ ਵੀ ਐਪਲੀਕੇਸ਼ਨ ਲਈਆਂ ਜਾ ਰਹੀਆਂ ਨੇ ਵਿਜ਼ਟਰ ਵੀਜ਼ੇ ਦੀਆਂ, ਇਹ ਅਜਿਹਾ ਕਿਉਂ? ਜਾਂ ਫਿਰ ਜਿਹੜੇ ਤੁਸੀਂ ਗੋਸਟ ਕੰਸਲਟੇਸ਼ਨ ਹੈਗੇ ਆ, ਏਜੰਟ ਹੈ, ਉਹ ਸਿਰਫ ਆਪਣੀ ਮਾਰਕੀਟ ਬਣਾਉਣ ਦੇ ਲਈ ਧੜਾ ਇਸ਼ਤਿਹਾਰ ਦੇ ਰਿਹਾ ਵੀ ਕੈਨੇਡਾ ਜਾਓ ਵੀਜ਼ਾ ਖੁੱਲ ਗਿਆ, ਜਾਂ ਫਿਰ ਕੁਛ ਇਸ ਤਰ੍ਹਾਂ? ਸੋ ਇਹ ਵੀ ਹੁਣ ਦੇਖੋ, ਇਹ ਵੀ ਇੱਥੇ ਵੀ ਐਜੂਕੇਸ਼ਨ ਦਾ ਮੇਜਰ ਰੋਲ ਆਇਆ। ਵਿਜ਼ਟਰ ਵੀਜ਼ਾ ਵਿਜ਼ਟਰਸ ਲਈ ਬੰਦ ਆ। PR citizen, their family members are allowed to apply. So ਜਿਹੜੇ ਫਰਸਟ ਫੈਮਿਲੀ ਮੈਂਬਰਸ ਨੇ, ਪੂਰੇ ਪੈਂਡੇਮਿਕ ਦੌਰਾਨ ਉਹਨਾਂ ਉੱਤੇ ਕਦੀ ਪਾਬੰਦੀ ਨਹੀਂ ਲੱਗੀ ਹੈਗੀ, ਬਟ ਉਹਦੀ ਰੀਜ਼ਨਿੰਗ ਹੋਣੀ ਚਾਹੀਦੀ ਹੈ। ਉਦਾਹਰਨ ਦੇ ਤੌਰ ਦੇ ਉੱਤੇ ਪਿਛਲੇ ਹਫਤੇ ਇੱਕ ਸਾਡੇ ਵਿਜ਼ਟਰ ਵੀਜ਼ਾ ਲੱਗਿਆ, ਸ਼ੀ ਇਜ਼ ਟਰੈਵਲਿੰਗ ਸੂਨ। ਹੁਣ ਉਸ ਬੰਦੇ ਦੇ ਫੈਮਿਲੀ ਕੇਸ ਹੈ ਕਿ ਹਸਬੈਂਡ ਵਾਈਫ 2 ਜਾਣੇ ਆ, ਦੋਨੋਂ ਪਰਮਾਨੈਂਟ ਰੈਜ਼ੀਡੈਂਟ ਨੇ, ਵਾਈਫ ਪ੍ਰੈਗਨੈਂਟ ਆ, ਬੇਬੀ ਹੋਣ ਵਾਲਾ ਆ। ਨਾਓ ਦਿਸ ਇਜ਼ ਐਸੈਂਸ਼ੀਅਲ ਨੀਡ। ਦੂਜੇ ਪਾਸੇ ਕੋਈ ਬੰਦਾ ਹੈਗਾ, ਉਹ ਕਵੇ ਕਿ ਹਾਂ ਮੈਂ ਕ੍ਰਿਸਮਸ ਦੇਖਣ ਜਾਣੀ ਹੈਗੀ ਆ, he is not gonna, like, ਉਹ ਐਪਲੀਕੇਸ਼ਨ ਚੱਕੀ ਵੀ ਨਹੀਂ ਜਾਣੀ ਹੈਗੀ ਆ। ਸੋ ਇਟ ਆਲ ਡਿਪੈਂਡਸ ਕਿ who is the visitor। ਹੁਣ ਇੱਕ ਵਿਜ਼ਿਟਰ, ਐਸੈਂਸ਼ੀਅਲ ਬਿਜ਼ਨਸ ਵਿਜ਼ਿਟਰਸ ਵੀ ਹੁੰਦੇ ਨੇ। ਹੁਣ ਐਸੈਂਸ਼ੀਅਲ ਬਿਜ਼ਨਸ ਵਿਜ਼ਿਟਰਸ ਕੈਨੇਡਾ ਉਹਨਾਂ ਨੂੰ ਅਲਾਉ ਕਰੂਗਾ, ਸ਼ਰਤ ਹੈ ਆ ਕਿ ਉਹ ਐਸੈਂਸ਼ੀਅਲ ਬਿਜ਼ਨਸ ਵਿਜ਼ਿਟਰਸ ਪ੍ਰੂਵ ਹੁੰਦੇ ਹੋਣ ਕਿ ਉਹ ਹੈਗੇ ਨੇ। ਸੋ ਇਟ ਆਲ ਡਿਪੈਂਡਸ ਕਿ ਕਿਹੜੇ ਵਿਜ਼ਿਟਰਸ। ਆਮ ਵਿਜ਼ਿਟਰਸ ਲਈ ਰਸਤੇ ਬੰਦ ਨੇ, ਬਟ ਫੈਮਿਲੀ ਮੈਂਬਰਸ ਵਾਸਤੇ, ਫੈਮਿਲੀ ਮੈਂਬਰਸ ਦਾ ਭਾਵ ਫਰਸਟ ਫੈਮਿਲੀ ਮੈਂਬਰਸ, ਉਹ ਜਿਹੜੇ ਹੈਗੇ ਨੇ ਫਰਸਟ ਬਲੱਡ ਰਿਲੇਸ਼ਨਸ, ਉਹਨਾਂ ਨੂੰ ਅਲਾਉਡ ਹੈਗਾ ਆ ਕਿ ਉਹ ਐਪਲੀਕੇਸ਼ਨ ਲਗਾ ਸਕਣ। ਹਾਂ, ਅਗਰ ਕੈਨੇਡਾ ਸਰਕਾਰ ਨੂੰ ਲੱਗੂਗਾ ਕਿ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਉਹ ਐਸੈਂਸ਼ੀਅਲਸ ਫਾਲ ਕਰਦੀ ਹੈ ਤਾਂ ਉਹਨਾਂ ਨੂੰ ਵਿਜ਼ਟਰ ਵੀਜ਼ਾ ਮਿਲ ਸਕਦਾ। ਅਗਰ ਨਹੀਂ ਲੱਗਦਾ, ਉਹ ਸਾਈਡ ਤੇ ਪਈ ਰਹੂਗੀ ਜਾਂ ਰਿਫਿਊਜ਼ਲ ਦੇ ਦਿੱਤਾ ਜਾਊਗਾ। ਜਿਹੜੀ ਕੈਨੇਡਾ ਸਰਕਾਰ ਦੀ ਵੈਕਸੀਨੇਸ਼ਨ ਪਾਲਿਸੀ ਕੀ ਹੈ ਦੂਜੇ ਦੇਸ਼ਾਂ ਪ੍ਰਤੀ, ਤੇ ਕਿਹੜੇ ਵੈਕਸੀਨੇਸ਼ਨ ਨੂੰ ਉਹ ਪ੍ਰੂਵ ਕਰਦੇ ਆ ਵੀ ਹਾਂ ਅਗਰ ਤੁਹਾਡੇ ਇਹ ਮੈਡੀਸਨ, ਇਹ ਵੈਕਸੀਨੇਸ਼ਨ ਲੱਗੀ ਆ, ਅਸੀਂ ਉਸ ਨੂੰ ਪ੍ਰੂਵ ਕਰਦੇ ਆ? ਕੀ ਕੋਈ ਅਜਿਹੀ ਲਿਸਟ ਵੀ ਜਾਰੀ ਕੀਤੀ ਗਈ ਹੈ ਕੈਨੇਡਾ ਸਰਕਾਰ ਵੱਲੋਂ? ਹਾਂਜੀ, ਸੋ ਕੈਨੇਡਾ ਸਰਕਾਰ ਵੱਲੋਂ ਲਿਸਟ ਜਾਰੀ ਕੀਤੀ ਗਈ ਹੈਗੀ ਆ।
ਉਸ ਵਿੱਚ 4 ਜਾਂ 5 ਕੰਪਨੀਆਂ ਹੈਗੀਆਂ ਨੇ ਜਿਨ੍ਹਾਂ ਦੇ ਵੱਲੋਂ ਵੈਕਸੀਨ ਅਗਰ ਤੁਸੀਂ ਲਗਵਾਈ ਹੈ ਉਹਨਾਂ ਕੰਪਨੀਆਂ ਦੀ ਤਾਂ ਤੁਸੀਂ ਵੈਕਸੀਨੇਟਡ ਕਾਊਂਟ ਹੋ ਰਹੇ ਹੋ। ਅਗਰ ਉਹਨਾਂ ਤੋਂ ਇਲਾਵਾ ਕਿਸੇ ਵੀ ਹੋਰ ਕੰਪਨੀ ਦੀਆਂ ਵੈਕਸੀਨੇਸ਼ਨਸ ਲਗਵਾਈਆਂ ਤਾਂ ਯੂ ਆਰ ਨਾਟ ਕੰਸੀਡਰਡ ਵੈਕਸੀਨੇਟਡ ਐਜ਼ ਪਰ ਕੈਨੇਡੀਅਨ ਗਵਰਨਮੈਂਟ। ਹੋਰ ਦੇਸ਼ ਹੋ ਸਕਦਾ ਹੈ ਕਿ ਉਹਨਾਂ ਨੂੰ ਵੈਕਸੀਨੇਟਡ ਮੰਨ ਰਹੇ ਹੋਣ। ਕੈਨੇਡਾ ਦੀ ਸਰਕਾਰ ਅੱਜ ਦੀ ਡੇਟ ਦੇ ਉੱਤੇ ਸਿਰਫ ਉਹ 4-5 ਕੰਪਨੀਆਂ ਨੂੰ ਹੀ 4-5 ਕੰਪਨੀ ਦੀਆਂ ਹੀ ਵੈਕਸੀਨੇਸ਼ਨਸ ਨੂੰ ਵੈਕਸੀਨੇਟਡ ਮੰਨ ਰਿਹਾ ਬੰਦਾ। ਤੁਸੀਂ ਕੋਈ ਸਲਾਹ ਦੇ ਸਕਦੇ ਹੋ ਵੀ ਕਦੋਂ ਤੱਕ ਜਿਹੜੀ ਇੰਟਰਨੈਸ਼ਨਲ ਫਲਾਈਟਸ ਓਪਨ ਹੋ ਸਕਦੀਆਂ ਨੇ? ਹਰਪਾਲ ਜੀ ਮੇਰਾ ਬੱਸ ਚੱਲੇ ਤਾਂ ਕੱਲ ਤੋਂ। ਅੱਛਾ ਜੀ। ਬਟ क्या नाम है इस पे कोई कुछ नहीं किया जा सकता। ਤੁਸੀਂ ਅਗਰ ਪਿਛਲੇ ਸਮੇਂ ਦੇਖੋ ਤਾਂ ਪਿਛਲੇ ਕੁਝ ਹਫ਼ਤਿਆਂ ਤੋਂ ਦੁਬਾਰਾ ਤੋਂ ਕੋਵਿਡ ਦੇ ਨੰਬਰ ਕੈਨੇਡਾ 'ਚ ਉੱਪਰ ਜਾਣੇ ਸ਼ੁਰੂ ਹੋਏ ਹੈਗੇ ਨੇ। ਆਈ ਐਮ ਐਕਸਪੈਕਟਿੰਗ ਕਿ ਅਗਰ ਇਸ ਤਰੀਕੇ ਨਾਲ ਨੰਬਰਸ ਬਲਕ ਤੇ ਕਿਤੇ ਨਾ ਚਲੇ ਜਾਣ, ਮੈਂ ਚਾਹੁੰਦਾ ਹੈ ਕਿ ਨਾ ਜਾਣ, ਪਰ ਅਗਰ ਚਲੇ ਗਏ ਤਾਂ ਜਿੰਨੀ ਟਰੈਵਲਿੰਗ ਹੋ ਵੀ ਰਹੀ ਹੈ ਉਹ ਵੀ ਬਿਲਕੁਲ ਬੰਦ ਕੀਤੀ ਜਾਏਗੀ। ਜਿਵੇਂ ਤੁਸੀਂ ਇੱਥੇ ਬਹਿ ਕੇ ਸਾਡੇ ਨਾਲ ਖੁੱਲੇ ਰੂਪ ਦੇ ਵਿੱਚ ਖੁੱਲੀਆਂ ਗੱਲਾਂ ਕਰਦੇ ਹੋ, ਕੀ ਤੁਹਾਡੇ ਵੱਲੋਂ ਕੋਈ ਅਜਿਹਾ ਪ੍ਰੋਗਰਾਮ ਵੀ ਉਲੀਕਿਆ ਗਿਆ? ਤੁਸੀਂ ਪੰਜਾਬ ਦੇ ਵਿੱਚ ਜਾ ਕੇ ਖੁੱਲੀਆਂ ਗੱਲਾਂ ਕਰਕੇ ਦੱਸੋ ਵੀ ਅਸਲ ਸੱਚ ਇਹ ਹੈ। ਸੋ ਹਰਪਾਲ ਭਾਜੀ ਅਸੀਂ ਸਾਡੇ ਜਿਹੜੇ ਡਾਇਰੈਕਟਰ ਨੇ ਤਰਨਵੀਰ ਸਿੰਘ, ਉਹ 10 ਸਤੰਬਰ ਤੋਂ ਲੈ ਕੇ 15 ਅਕਤੂਬਰ ਤੱਕ ਪੰਜਾਬ ਦੀ ਧਰਤੀ 'ਚ ਨੇ। ਸੋ ਸਾਡੇ ਆਫਿਸ ਮੋਹਾਲੀ ਜਾ ਕੇ ਤਰਨਵੀਰ ਨੂੰ ਤੁਸੀਂ ਸਾਰੇ ਜਾਣੇ ਮਿਲ ਵੀ ਸਕਦੇ ਹੋ। ਇੰਨਾ ਹੀ ਨਹੀਂ, 1 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਅਸੀਂ ਜੰਮੂ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਤੁਹਾਡੇ ਸ਼ਹਿਰਾਂ 'ਚ ਪਿੰਡਾਂ 'ਚ ਤੁਹਾਨੂੰ ਮਿਲਣ ਆ ਰਹੇ ਹੈਗੇ ਆ। ਸਾਡੇ ਆ ਪੂਰਾ ਸਕੈਜੂਅਲ ਜਿਹੜਾ ਆ ਉਹ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੈਗੇ ਹੋ। ਸੋ ਉੱਥੇ ਤੁਸੀਂ ਫ੍ਰੀ ਕੰਸਲਟੇਸ਼ਨਸ ਹੀ ਨਹੀਂ, ਕਈ ਸ਼ਹਿਰਾਂ ਦੇ ਵਿੱਚ, ਉਦਾਹਰਨ ਦੇ ਤੌਰ ਦੇ ਉੱਤੇ ਸੇਂਟ ਲਾਰੈਂਸ ਕਾਲਜ ਜਿਹੜਾ ਆ ਉਹ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ ਅਤੇ ਅੰਬਾਲਾ ਸਾਡੇ ਨਾਲ ਟਰੈਵਲ ਕਰਦਾ ਪਿਆ ਆ। ਟ੍ਰੈਂਟ ਯੂਨੀਵਰਸਿਟੀ ਮੇਰੇ ਖਿਆਲ ਸਾਰੀਆਂ ਸ਼ਹਿਰਾਂ 'ਚ ਸਾਡੇ ਨਾਲ ਹੈਗੀ ਹੈ। ਸੋ ਕਈ ਕੈਨੇਡੀਅਨ ਇੰਸਟੀਟਿਊਸ਼ਨ, US ਇੰਸਟੀਟਿਊਸ਼ਨਸ, ਆਸਟ੍ਰੇਲੀਆ, ਨਿਊਜ਼ੀਲੈਂਡ, UK ਅਤੇ ਸਿੰਗਾਪੁਰ ਦੇ ਇੰਸਟੀਟਿਊਸ਼ਨਸ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਹਨਾਂ ਸੈਮੀਨਾਰਸ ਦਾ ਹਿੱਸਾ ਬਣਨਗੇ। ਹਿੱਸਾ ਹੀ ਨਹੀਂ ਬਣਨਗੇ, ਐਟ ਦ ਸਪੌਟ ਐਡਮਿਸ਼ਨਸ ਵੀ ਤੁਹਾਡੀਆਂ ਅਪਲਾਈ ਕਰਕੇ ਦੇਣਗੇ। ਸੋ ਐਜੂਕੇਸ਼ਨ ਫੇਅਰ ਇਹਨਾਂ 15 ਦਿਨਾਂ ਲਈ ਲਗਾਇਆ ਜਾਊਗਾ। ਨਾਲ ਦੇ ਨਾਲ ਤੁਸੀਂ ਫਾਰਮਿੰਗ ਵੀਜ਼ਾਸ, LMIs, PNPs, ਇਨਵੈਸਟਰ ਕੈਟਾਗਰੀ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣੀ ਆ, ਤੁਸੀਂ ਸਿੱਧਾ ਸਾਡੇ ਡਾਇਰੈਕਟਰ ਨਾਲ ਗੱਲ ਕਰ ਸਕਦੇ ਹੋ ਜੋ ਕਿ ਕੈਨੇਡੀਅਨ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਹੈ। ਇੰਨਾ ਹੀ ਨਹੀਂ, ਕੈਨੇਡਾ ਸਰਕਾਰ ਵੱਲੋਂ ਆਥੋਰਾਈਜ਼ਡ ਆ। ਹਰਪਾਲ ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ, ਕੈਨੇਡਾ ਦੀ ਸਿਆਸਤ ਤੇ ਹਿੰਦੁਸਤਾਨ ਦੀ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਆਸਮਾਨ ਦਾ ਫਰਕ ਹੈ। ਇਸ ਚੀਜ਼ ਦਾ ਤੁਹਾਨੂੰ ਵੀ ਪਤਾ ਆ। ਪਿਛਲੇ ਹਫ਼ਤੇ ਅਸੀਂ ਇੱਕ ਇਵੈਂਟ ਕੀਤਾ ਜਿਸ ਦੇ ਵਿੱਚ ਲਿਬਰਲਸ, ਕੰਜ਼ਰਵੇਟਿਵਸ, NDP ਦੇ ਮੇਜਰ ਲੀਡਰਸ ਉਸ ਪ੍ਰੋਗਰਾਮ ਦੇ ਵਿੱਚ ਆਏ। ਤੁਸੀਂ ਕਈਆਂ ਦੀ ਸਪੀਚਸ ਸੁਣੀਆਂ ਹੋਣੀਆਂ ਜਿਸ ਦੇ ਵਿੱਚ ਉਹਦੀ NDP ਦੀ ਡਿਪਟੀ ਲੀਡਰ ਦੀ ਸਪੀਚ ਦੇ ਵਿੱਚ ਉਹਨੇ ਟਰਮੀਨੋਲੋਜੀ ਯੂਜ਼ ਕੀਤੀ ਕਿ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਟਰਸਟਵਰਦੀ ਅਤੇ ਲਾਇਲ ਕੰਸਲਟੈਂਸੀ ਆ, ਜਿਨ੍ਹਾਂ ਨੇ ਲਾਈਕ ਡਿਪਟੀ ਲੀਡਰ ਨੇ ਆਪਣੇ ਪਰਿਵਾਰ ਦੇ ਜਿਹੜੇ ਪਰਮਿਟਸ ਨੇ ਉਹ ਵੀ ਸਾਡੇ ਥਰੂ ਲਗਵਾਏ। ਸੋ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਅਗਰ ਮੈਂ ਕੁਝ ਕਮਾਇਆ ਤਾਂ ਇਹ ਰਿਸਪੈਕਟ ਹੀ ਕਮਾਈ ਹੈਗੀ ਆ। ਜਦੋਂ ਕਿ ਬ੍ਰੈਂਪਟਨ ਦਾ ਮੇਅਰ ਪੈਟਰਿਕ ਬਰਾਊਨ ਆਪ ਇਸ ਤੁਸੀਂ ਕਦੀ ਦੇਖਿਆ ਕਿ ਕਿਸੇ ਇਮੀਗ੍ਰੇਸ਼ਨ ਕੰਪਨੀਜ਼, ਕਿਉਂਕਿ ਇਸ ਫੀਲਡ ਨੂੰ ਇੰਨਾ ਕੁ ਬਦਨਾਮ ਕੀਤਾ ਗਿਆ ਆ, ਜਿੰਨੇ ਸਿਆਸਤਦਾਨ ਨੇ ਇਹਨਾਂ ਜਗ੍ਹਾ ਤੇ ਜਾਣ ਤੋਂ ਡਰਦੇ ਨੇ, ਪਰ ਸਾਡੀ ਇੱਕ ਇਕਲੌਤੀ ਮੈਨੂੰ ਲੱਗਦਾ ਕਿ ਇਮੀਗ੍ਰੇਸ਼ਨ ਕੰਪਨੀ ਹੋਊਗੀ ਜਿੱਥੇ ਭਾਵੇਂ ਉਹ ਕੰਜ਼ਰਵੇਟਿਵਸ ਦੇ MPP ਸੀਗੇ, ਭਾਵੇਂ ਉਹ ਡਿਪਟੀ ਲੀਡਰ ਸੀਗੇ, ਭਾਵੇਂ ਉਹ ਲਿਬਰਲਸ ਦੇ MP ਸੀਗੇ, ਰੂਬੀ ਸੋਹਤਾ, ਸੋਨੀਆ ਸਿੱਧੂ, ਬ੍ਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਜੋ ਕਿ MLA ਨੇ, MPP ਨੇ ਬ੍ਰੈਂਪਟਨ ਈਸਟ ਤੋਂ, ਉਹ ਸਾਰਾ ਸਿੰਘ ਡਿਪਟੀ ਲੀਡਰ, ਆਪਣੇ ਹੋਰ ਅਨੇਕਾਂ ਹੀ, ਹਰਕੀਰਤ ਸਿੰਘ ਕਾਉਂਸਲਰ, ਗੁਰਪ੍ਰੀਤ ਢਿੱਲੋਂ ਕਾਉਂਸਲਰ, ਅਨੇਕਾਂ ਪੋਲੀਟੀਕਲ ਲੀਡਰਸ ਅਲੱਗ-ਅਲੱਗ ਜਿਹੜੇ ਪੋਜੀਸ਼ਨਸ ਨੇ ਉਹਨਾਂ ਨੇ ਆ ਕੇ ਸ਼ਮੂਲੀਅਤ ਵੀ ਕੀਤੀ ਅਤੇ ਬ੍ਰੈਂਪਟਨ ਇਮੀਗ੍ਰੇਸ਼ਨ ਦੀ ਪ੍ਰਸ਼ੰਸਾ ਵੀ ਕੀਤੀ। ਸੋ ਇਹ ਉਹ ਐਵੀਡੈਂਸਿਸ ਨੇ ਜਿਹੜੇ ਪ੍ਰੂਵ ਕਰਦੇ ਨੇ ਕਿ ਕੈਨੇਡਾ ਸਰਕਾਰ ਵੱਲੋਂ ਜਿਹੜੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵਸ ਨੇ ਉਹਨਾਂ ਦੇ ਮਗਰ ਕੈਨੇਡਾ ਦੀ ਗਵਰਨਮੈਂਟ ਖੜਦੀ ਹੈ। ਕਿਉਂ ਖੜਦੀ ਹੈ? ਕਿਉਂਕਿ ਸਾਡਾ ਲਾਇਸੈਂਸ ਔਨ ਸਟੇਕ ਆ। ਅਗਰ ਅਸੀਂ ਕੁਝ ਗਲਤ ਕਰਾਂਗੇ ਸਾਡਾ ਲਾਇਸੈਂਸ ਹੱਥੋਂ ਜਾਂਦਾ ਹੈ ਔਰ ਸਾਡਾ ਬ੍ਰੈਡ ਐਂਡ ਬਟਰ ਹੀ ਹੈ ਕੰਮ। ਅਸੀਂ ਉਮੀਦ ਕਰਦੇ ਹਾਂ ਵੀ ਜੋ ਗੱਲਾਂ ਤੁਸੀਂ ਬ੍ਰੈਂਪਟਨ ਕੰਸਲਟੈਂਸੀ ਬਾਰੇ ਦੱਸੀਆਂ ਨੇ ਵੀ ਤੁਸੀਂ ਉਸ ਤੇ ਖਰੇ ਉਤਰਦੇ ਹੋਵੋਗੇ, ਤੇ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਤੁਸੀਂ ਇਸ ਦੇ ਉੱਤੇ ਖਰੇ ਉਤਰੋ। ਤੇ ਲਾਸਟ ਵਿੱਚ ਕੋਈ ਮੈਸੇਜ ਦੇਣਾ ਚਾਹੋ? ਸੋ ਅਸੀਂ ਹਰੇਕ ਸ਼ਨੀਵਾਰ ਇੱਕ ਵੈਬੀਨਾਰ ਕਰਦੇ ਹਾਂ ਜਿਹੜਾ ਫ੍ਰੀ ਵੈਬੀਨਾਰ ਹੁੰਦਾ ਆ। ਦੁਨੀਆ ਭਰ ਦੇ ਲੋਕ ਉਸ ਵੈਬੀਨਾਰ ਦੇ ਵਿੱਚ ਹਿੱਸਾ ਲੈ ਸਕਦੇ ਹੁੰਦੇ ਨੇ। ਪਿਛਲੇ ਕੁਝ ਚਿਰ ਤੋਂ ਅਸੀਂ ਉਸ ਦੇ ਵਿੱਚ ਕਾਲਸ ਲੈਣੀਆਂ ਵੀ ਸ਼ੁਰੂ ਕੀਤੀਆਂ ਨੇ।
ਸੋ ਸਰੋਤੇ ਸਾਨੂੰ ਕਾਲ ਕਰ ਸਕਦੇ ਆ, ਡਾਇਰੈਕਟਲੀ ਲਾਈਵ ਸਾਡੇ ਤੋਂ ਕੁਐਸਚਨਸ ਕਰ ਸਕਦੇ ਆ, ਅਸੀਂ ਉਹਨਾਂ ਕੁਐਸਚਨਸ ਦਾ ਜਵਾਬ ਦਿੰਦੇ ਹੈਗੇ ਆ। ਸੋ ਅਸੀਂ ਬਹੁਤ ਓਪਨਲੀ ਕੰਮ ਕਰਦੇ ਹੈਗੇ ਆ, ਔਰ ਕੰਮ ਉਹਨਾਂ ਕੁ ਕਰਦੇ ਆ ਜਿੰਨਾ ਕੁ ਕੈਨੇਡੀਅਨ ਲਾਅ ਦੀ ਬਾਉਂਡਰੀਜ਼ ਦੇ ਅਧੀਨ ਆਉਂਦਾ ਆ। ਜਿਹੜਾ ਕੰਮ ਉਸ ਤੋਂ ਬਾਹਰ ਆ ਜਾਊਗਾ ਉਸ ਦੇ ਲਈ ਅਸੀਂ ਪਹਿਲਾਂ ਹੀ ਸ਼ਮਾ ਦੇ ਜਾਚਕ ਹਾਂ, ਅਸੀਂ ਉਹ ਕੰਮ ਨਹੀਂ ਕਰ ਸਕਾਂਗੇ। ਬਟ ਜਿਹੜਾ ਕੰਮ ਕੈਨੇਡੀਅਨ ਲਾਅ ਦੇ ਅਧੀਨ ਆਉਂਦਾ ਉਸ ਦੇ ਵਿੱਚ ਅਸੀਂ 100% ਤੁਹਾਡੀ ਮਦਦ ਜ਼ਰੂਰ ਕਰ ਸਕਦੇ ਹਾਂ। ਇੰਨਾ ਹੀ ਨਹੀਂ, US, UK, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਕੈਨੇਡਾ ਤੋਂ ਇਲਾਵਾ ਅਗਰ ਇਹਨਾਂ ਜਗ੍ਹਾ ਦੇ ਉੱਤੇ ਵੀ ਤੁਸੀਂ ਪੜ੍ਹਾਈ ਕਰਨਾ ਚਾਹ ਰਹੇ ਹੋ ਤਾਂ ਅਸੀਂ ਉਸ ਦੇ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਾਂ। ਇੱਕ ਲਾਸਟ ਕੁਐਸਚਨ, ਜਿਨ੍ਹਾਂ ਨੇ ਤੁਹਾਡੇ ਨਾਲ ਰੀਚ ਆਊਟ ਕਰਨਾ ਹੋਵੇ, ਬੈਸਟ ਤਰੀਕਾ ਕੀ ਹੈ ਵੀ ਤੁਹਾਨੂੰ ਫੋਨ ਕੀਤਾ ਜਾਵੇ ਜਾਂ ਫਿਰ ਮੈਸੇਜਿੰਗ ਜਾਂ ਈਮੇਲ ਦੇ ਰਾਹੀਂ ਕੰਟੈਕਟ ਕੀਤਾ ਜਾਂਦਾ? ਤੁਸੀਂ ਫਾਸਟ ਜਵਾਬ ਦਿੰਦੇ ਹੋ। ਸੋ ਜਿਹੜੇ ਵੀਰ ਸਾਡੇ ਪੰਜਾਬ ਦੇ ਵਿੱਚ ਨੇ ਉਹ ਸਾਡੇ ਜਾਂ ਹਿੰਦੁਸਤਾਨ 'ਚ ਨੇ, ਉਹ ਸਾਡੇ ਇੰਡੀਅਨ ਆਫਿਸ ਨੂੰ ਕੰਟੈਕਟ ਕਰਨ ਤੇ ਉਹ ਰਾਈਟ ਵੇ ਤੁਹਾਡੀ ਪ੍ਰੋਫਾਈਲ ਸਾਡੇ ਕੋਲ ਆਉਂਦੀ ਹੈਗੀ ਹੈ। ਜਿਹੜੇ ਲੋਕ ਕੈਨੇਡਾ ਦੇ ਵਿੱਚ ਨੇ ਉਹ ਸਾਡੀ ਵੈਬਸਾਈਟ ਤੇ ਜਾ ਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਨੇ ਅਤੇ ਅਸੀਂ ਉਹਨਾਂ ਨਾਲ ਮਿਲ ਕੇ ਉਹਨਾਂ ਬਾਰੇ ਅੱਗੇ ਚਰਚਾ ਕਰ ਸਕਦੇ ਹਾਂ। ਤੁਹਾਡਾ ਬਹੁਤ ਧੰਨਵਾਦ ਜੀ, ਪੰਜਾਬੀ ਲੋਕ ਚੈਨਲ ਨਾਲ ਗੱਲ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।